गुरु प्यारी साध संगत जी, मैं नवनीत वर्मा आपके अपने चैनल गुरु बंदगी में आपका हार्दिक स्वागत करता हूं। अगर आप साखियां, सत्संग या रूहानी विचार सुनना पसंद करते हैं तो हमारे चैनल को सब्सक्राइब करके हमें अपना प्यार दें। चेतावनी चेतावनी भाग दूजा, बचन 15वां, शब्द 10वां। देखो सब जग जात बहा, देख देख मैं गत ज्यों जग की, बार बार यूं वर्ण कहा। चारों जुग 84 बोगी, अत दुख पाया नरक रहा। ਇਹ ਸਵਾਮੀ ਜੀ ਮਹਾਰਾਜ ਜੀ ਦੀ ਬਾਣੀ ਹੈ। ਆਪ ਇਸ ਜੀਵ ਨੂੰ, ਇਸ ਜੱਗ ਨੂੰ, ਸੰਸਾਰ ਦੀ ਹਾਲਤ ਬਾਰੇ ਦੱਸਦੇ ਹਨ। ਮਨੁੱਖਾ ਜਨਮ ਦੀ ਮਹੱਤਤਾ ਤੇ ਦੁਨੀਆ ਦੇ ਦੁੱਖਾਂ, ਇਹ ਸੰਸਾਰ ਦੇ ਦੁੱਖਾਂ ਤੋਂ ਨਿਜਾਤ ਪਾਉਣ ਦਾ ਢੰਗ ਦੱਸਦੇ ਹਨ। ਸਵਾਮੀ ਜੀ ਦੀ ਬਾਣੀ ਜ਼ਿਆਦਾ ਚੇਤਾਵਨੀ ਰੂਪ ਦੇ ਵਿੱਚ ਹੈ। ਆਪ ਜੀਵ ਨੂੰ ਚੇਤਾ ਕਰਾਉਂਦੇ ਹਨ। ਕਿਉਂ ਚੇਤਾ ਕਰਾਉਂਦੇ ਹਨ? ਕਿਉਂਕਿ ਇਨਸਾਨੀ ਫਿਤਰਤ ਹੈ, ਮਨ ਦਾ ਸੁਭਾਅ ਹੈ ਕਿ ਇਹ ਬਹੁਤ ਛੇਤੀ ਭੁੱਲ ਜਾਂਦਾ ਹੈ। ਆਪ ਕਹਿੰਦੇ ਨੇ ਕਿ ਸਾਰਾ ਸੰਸਾਰ ਰੁੜਿਆ ਜਾ ਰਿਹਾ ਹੈ, ਡੁੱਬਿਆ ਜਾ ਰਿਹਾ ਹੈ। ਕਿਉਂ ਰੁੜਿਆ ਜਾ ਰਿਹਾ ਹੈ? ਕਿਉਂ ਡੁੱਬਿਆ ਜਾ ਰਿਹਾ ਹੈ? ਕਿਉਂਕਿ ਇੱਥੇ ਕਿਸੇ ਵੀ ਚੀਜ਼ ਦੇ ਵਿੱਚ ਸੁੱਖ ਨਹੀਂ, ਕੋਈ ਚੀਜ਼ ਇੱਥੇ ਪੱਕੀ ਨਹੀਂ। ਆਪ ਦੁਨੀਆ ਦੀ ਹਾਲਤ ਬਾਰੇ ਦੱਸਦੇ ਹਨ। ਵੈਸੇ ਦੁਨੀਆ ਦੀ ਕੀ ਹਾਲਤ ਹੈ? ਦਿਨ ਰਾਤ ਇੱਥੇ ਮੌਤ ਨਾਚ ਨੱਚਦੀ ਪਈ ਹੈ। ਕਤਲ, ਗੈਰਤ, ਕਲਾ, ਕਲੇਸ਼, ਜਿੱਥੇ ਇਹੋ ਜਿਹੇ ਕੰਮ ਹੋ ਰਹੇ ਹੋਣ, ਦਿਨ ਰਾਤ ਹਰ ਵੇਲੇ 24 ਘੰਟੇ ਦਾ ਸਿਲਸਿਲਾ ਚੱਲਦਾ ਹੋਵੇ, ਉੱਥੇ ਸੁੱਖ ਸ਼ਾਂਤੀ ਨਹੀਂ ਮਿਲ ਸਕਦੀ। ਇਸ ਲਈ ਸੰਤ ਸੰਸਾਰ ਦੀ ਹਾਲਤ ਬਾਰ-ਬਾਰ ਬਿਆਨ ਕਰ ਰਹੇ ਹਨ। ਸੰਸਾਰ ਦੀ ਕੀ ਹਾਲਤ ਹੈ? ਸੰਸਾਰ ਦੀ ਹਾਲਤ ਗੁਰੂ ਨਾਨਕ ਸਾਹਿਬ ਨੇ ਦੱਸੀ ਹੈ ਕਿ ਨਾਨਕ ਦੁਖੀਆ ਸਭ ਸੰਸਾਰ। ਪਰ ਜਿਹੜੇ ਨਾਮ ਦੇ ਨਾਲ ਲੱਗ ਗਏ, ਉਸ ਮਾਲਿਕ ਦੇ ਲੜ ਲੱਗ ਗਏ, ਉਹਦੀ ਆਰਾਧਨਾ ਦੇ ਵਿੱਚ ਜੁੜ ਗਏ, ਉਹਨਾਂ ਨੂੰ ਤਾਂ ਸੁੱਖ ਸ਼ਾਂਤੀ ਮਿਲ ਸਕਦੀ ਹੈ। ਨਹੀਂ ਤਾਂ ਸਾਰਾ ਸੰਸਾਰ ਹੀ ਭੁੱਲਿਆ ਫਿਰਦਾ ਹੈ, ਦੁਖੀ ਹੈ। ਮਹਾਤਮਾ ਬੁੱਧ ਨੇ ਵੀ ਇਹੀ ਕਿਹਾ ਸੀ ਕਿ ਸਾਰਾ ਸੰਸਾਰ ਦੁੱਖਾਂ ਦਾ ਘਰ ਹੈ। ਫਿਰ ਅਸੀਂ ਸੋਚ ਲੈਂਦੇ ਹਾਂ ਕਿ ਜਿਨ੍ਹਾਂ ਦੇ ਕੋਲ ਬਹੁਤ ਦੌਲਤ ਹੈ, ਘਰ ਪਰਿਵਾਰ ਹੈ, ਮਾਣ ਵਡਿਆਈ ਹੈ, ਉਹ ਤਾਂ ਸੁਖੀ ਹੀ ਹੋਣਗੇ। ਨਾ ਭਾਈ, ਉਹ ਵੀ ਸੁਖੀ ਨਹੀਂ, ਸਗੋਂ ਉਹ ਜ਼ਿਆਦਾ ਦੁਖੀ ਨੇ। ਸਹਿਜੋ ਬਾਈ ਨੇ ਇਸ ਗੱਲ ਦਾ ਫੈਸਲਾ ਕੀਤਾ ਹੈ ਕਿ ਧਨਵੰਤੇ ਦੁਖੀਆ ਸਭੀ, ਨਿਰਦਨ ਦੁੱਖ ਕਾ ਰੂਪ। ਸਾਧ ਸੁਖੀ ਸਹਿਜੋ ਕਹੇ, ਪਾਇਆ ਭੇਦ ਅਨੂਪ। ਸਾਧ ਜਿਨ੍ਹਾਂ ਨੇ ਮਨ ਨੂੰ ਸਾਧ ਲਿਆ, ਕਿਸੇ ਦੇ ਅੱਗੇ ਆਪਣੇ ਆਪ ਨੂੰ ਅਰਪਣ ਕਰ ਦਿੱਤਾ, ਉਹਨਾਂ ਨੂੰ ਤਾਂ ਉਸ ਮਾਲਿਕ ਦੇ ਭੇਦ ਦਾ, ਉਹਦੇ ਘਰ ਦਾ ਪਤਾ ਲੱਗ ਸਕਦਾ ਹੈ। ਸੁੱਖ ਸ਼ਾਂਤੀ ਮਿਲ ਸਕਦੀ ਹੈ, ਹੋਰਾਂ ਨੂੰ ਨਹੀਂ। ਸੁੱਖ ਨਾ ਹੀ ਬਹੁਤਾ ਧਨ ਖਾਟੇ, ਕਿ ਬਹੁਤਾ ਧਨ ਖੱਟਣ ਦੇ ਨਾਲ ਵੀ ਸੁੱਖ ਨਹੀਂ ਮਿਲਦਾ। ਕਬੀਰ ਸਾਹਿਬ ਨੇ ਕੀ ਕਿਹਾ ਹੈ? ਆਪ ਕਹਿੰਦੇ ਨੇ ਕਿ ਤਨ ਧਰ ਸੁਖੀਆ ਕੋਈ ਨਾ ਦੇਖਿਆ, ਜੋ ਦੇਖਿਆ ਸੋ ਦੁਖੀਆ ਹੋ। ਜੋਗੀ ਦੁਖੀਆ ਜੰਗਮ ਦੁਖੀਆ, ਤਪਸੀ ਕੋ ਦੁੱਖ ਦੁਗਣਾ ਹੋ। ਕਬੀਰ ਸਾਹਿਬ ਕਹਿ ਰਹੇ ਨੇ ਕਿ ਸਾਰੇ ਇੱਥੇ ਦੁਖੀ ਹੀ ਦੁਖੀ ਹਨ। ਕਿਉਂ ਦੁਖੀ ਹਨ? ਕਿਉਂਕਿ ਆਸਾ ਤ੍ਰਿਸ਼ਨਾ ਸਭ ਕੋ ਪਿਆਪੇ। ਆਸਾ ਤ੍ਰਿਸ਼ਨਾ ਕਰਕੇ, ਆਸਾ ਤ੍ਰਿਸ਼ਨਾ 'ਚ ਦਿਨ ਰਾਤ ਇਹ ਜੀਵ ਜਲ ਰਿਹਾ ਹੈ। ਆਸਾ ਤ੍ਰਿਸ਼ਨਾ ਸਭ ਕੋ ਵਿਆਪੇ, ਕੋਈ ਮਹਲ ਨਾ ਸੁਨਣਾ ਹੋ। ਘਾਟੇ ਬਾੜੇ ਸਭ ਜਗ ਦੁਖੀਆ, ਕਿਆ ਗਿਰਹੀ ਕਿਆ ਬੈਰਾਗੀ ਹੋ। ਕਿਸੇ ਨੂੰ ਘਾਟੇ ਦਾ ਫਿਕਰ ਹੈ, ਕਿਸੇ ਨੂੰ ਵਾਧੇ ਦਾ ਫਿਕਰ ਹੈ। ਭਾਵ ਸਭ ਨੂੰ ਦੁੱਖਾਂ ਤਕਲੀਫਾਂ ਦੇ ਘੇਰੇ, ਚਾਰੋਂ ਚਫੇਰੇ ਲੱਗੇ ਹੋਏ ਨੇ। ਸਾਰੇ ਸੰਤ ਮਹਾਤਮਾ ਫਕੀਰਾਂ ਨੇ ਇੱਕੋ ਗੱਲ ਕਹੀ ਹੈ। ਆਪਾਂ ਕਿਸੇ ਦੀ ਵੀ ਬਾਣੀ ਲੈ ਲਈਏ, ਸਾਰਿਆਂ ਨੇ ਸਾਨੂੰ ਇੱਕੋ ਹੀ ਉਪਦੇਸ਼ ਦਿੱਤਾ ਹੈ। ਸਾਰਿਆਂ ਦਾ ਜਿਹੜਾ ਸੈਂਟਰਲ ਪੁਆਇੰਟ ਹੈ, ਸੈਂਟਰਲ ਆਈਡੀਆ ਹੈ, ਉਹ ਇੱਕੋ ਹੈ। ਸੋ ਸਿਆਣਿਆਂ ਇੱਕ ਮਤ, ਮੂਰਖ ਆਪੋ ਆਪਣੀ। ਇਹ ਮੂਰਖਾਂ ਦੀਆਂ ਮੱਤਾਂ ਅਲੱਗ-ਅਲੱਗ ਹੁੰਦੀਆਂ ਨੇ। ਸੰਤ ਮਹਾਤਮਾ ਦਾ ਕੇਂਦਰ, ਸੰਤਮਤ ਦਾ ਕੇਂਦਰ ਸਾਰਿਆਂ ਦਾ ਇੱਕੋ ਹੀ ਹੁੰਦਾ ਹੈ। ਤੁਲਸੀ ਸਾਹਿਬ ਨੇ ਫਰਮਾਇਆ ਹੈ ਕਿ
ਕੋਈ ਤੋ ਤਨ ਮੇ ਦੁਖੀ, ਕੋਈ ਤੋ ਮਨ ਮੇ ਦੁਖੀ। ਕਿਸੇ ਨੂੰ ਤਨ ਦਾ ਰੋਗ ਲੱਗਾ ਹੋਇਆ ਹੈ, ਕਿਸੇ ਨੂੰ ਮਨ ਦਾ ਰੋਗ ਲੱਗਾ ਹੈ। ਭਾਵ ਸੁੱਖ ਨਾਂ ਦੀ ਇੱਥੇ ਕੋਈ ਚੀਜ਼ ਨਹੀਂ। ਸਾਰੇ ਸੰਤ ਮਹਾਤਮਾ ਨੇ ਇੱਕੋ ਹੀ ਗੱਲ ਆਖੀ ਹੈ ਕਿ ਸੰਤਾਂ ਦੇ ਲੜ ਲੱਗਣ ਦੇ ਨਾਲ, ਉਸ ਮਾਲਿਕ ਦੇ ਲੜ ਲੱਗਣ ਦੇ ਨਾਲ, ਉਸ ਤਾਕਤ ਨੂੰ ਪਾਉਣ ਦੇ ਨਾਲ ਸੁੱਖ ਮਿਲ ਸਕਦਾ ਹੈ। ਇਹ ਸੰਸਾਰ ਦੇ ਵਿੱਚ ਸੁੱਖ ਨਾਮ ਦੀ ਵੈਸੇ ਕੋਈ ਚੀਜ਼ ਨਹੀਂ। ਇਹ ਕਿਉਂ ਹੈ? ਕਿਉਂ ਸੁੱਖ ਨਹੀਂ ਇੱਥੇ? ਕਿਉਂਕਿ ਇਹ ਝੂਠ ਹੈ, ਇਹ ਗਲਤ ਹੈ, ਇਹ ਸਦੀਵੀ ਨਹੀਂ ਰਹਿਣ ਵਾਲੀ। ਅਸੀਂ ਇਹਨੂੰ ਸੱਚ ਮੰਨ ਲੈਂਦੇ ਹਾਂ, ਇਸ ਲਈ ਦੁਖੀ ਹੋ ਜਾਂਦੇ ਹਾਂ। ਇਹ ਰਚਨਾ ਬਦਲਦੀ ਰਹਿੰਦੀ ਹੈ ਅਤੇ ਫਿਰ ਸਾਨੂੰ ਦੁੱਖ ਹੋ ਜਾਂਦਾ ਹੈ। ਜਗ ਰਚਨਾ ਸਭ ਝੂਠ ਹੈ, ਜਾਨ ਲਿਓ ਰੇ ਮੀਤ। ਕੋ ਨਾਨਕ ਥਿਰ ਨਾ ਰਹੇ, ਜਿਉਂ ਬਾਲੂ ਕੀ ਪੀਤ। ਜਿਸ ਤਰ੍ਹਾਂ ਰੇਤ ਦੀ ਕੰਧ ਠਹਿਰ ਨਹੀਂ ਸਕਦੀ, ਇਸੇ ਤਰ੍ਹਾਂ ਇਹ ਰਚਨਾ ਵੀ ਠਹਿਰ ਨਹੀਂ ਸਕਦੀ। ਇਹ ਕੱਚੀ ਹੈ। ਆਪਾਂ ਜਰਾ ਆਪਣੀ ਮਨ ਦੀ ਅਵਸਥਾ ਨੂੰ ਦੇਖੀਏ, ਆਪਣੇ ਮਨ ਨੂੰ ਟਟੋਲ ਕੇ ਦੇਖੀਏ ਕਿ ਅਸੀਂ ਇਸ ਸੰਸਾਰ ਨੂੰ ਕੀ ਸਮਝੀ ਬੈਠੇ ਹਾਂ ਅਤੇ ਸੰਤਮਤ ਦੇ ਵਿੱਚ ਇਸ ਨੂੰ ਕੀ ਸਮਝਿਆ ਜਾਂਦਾ ਹੈ। ਜੈਸੇ ਜਲ ਤੇ ਬੁੱਧ ਬੁਧਾ, ਉਪਜੇ ਬਿਨ ਸੇ ਨੀਤ। ਹਮੇਸ਼ਾ ਹਰ ਵੇਲੇ ਬਣਦਾ ਰਹਿੰਦਾ ਹੈ ਅਤੇ ਟੁੱਟਦਾ ਰਹਿੰਦਾ ਹੈ। ਜਗ ਰਚਨਾ ਤੈਸੇ ਰਚੀ, ਕੋ ਨਾਨਕ ਸੁਣ ਮੀਤ। ਐ ਇਨਸਾਨ, ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰ। ਜਗ ਦੀ ਰਚਨਾ ਇਸ ਤਰ੍ਹਾਂ ਦੀ ਹੈ, ਇੰਨੀ ਕੱਚੀ ਹੈ, ਅਤੇ ਫਿਰ ਤੂੰ ਸੁੱਖ ਕਿੱਥੋਂ ਲੱਭਦਾ ਪਿਆ ਹੈ? ਇੱਥੇ ਸੁੱਖ ਤੈਨੂੰ ਕਿਸ ਤਰ੍ਹਾਂ ਮਿਲ ਸਕਦਾ ਹੈ? ਸੁੱਖ ਕਿੱਥੋਂ ਮਿਲਣਾ ਹੈ? ਸੁੱਖ ਕਿਸੇ ਕਾਮਲ ਮੁਰਸ਼ਦ ਦੇ ਕੋਲੋਂ ਮਿਲਣਾ ਹੈ। ਭਰਮ ਭਰਮ ਡੋਲੇ ਲੱਖ 84, ਬਿਨ ਗੁਰ ਬੂਝੇ ਜਮ ਕੀ ਫਾਸੀ। ਜਿੰਨਾ ਚਿਰ ਤੂੰ ਇਸ ਸਿਸਟਮ 'ਚ ਨਹੀਂ ਆਵੇਂਗਾ, ਇਹਨੂੰ ਨਹੀਂ ਅਪਣਾਵੇਂਗਾ, ਤੈਨੂੰ ਸੁੱਖ ਨਹੀਂ ਮਿਲ ਸਕਦਾ। ਇਹ ਧੀਆਂ ਪੁੱਤਰ, ਧਨ ਦੌਲਤ, ਇੱਥੋਂ ਤੱਕ ਕਿ ਇਹ ਸਰੀਰ ਵੀ ਦੁੱਖਾਂ ਦਾ ਕਾਰਨ ਬਣ ਜਾਂਦਾ ਹੈ। ਇਹ ਸਾਰੇ ਸੁੱਖ ਜਿੱਦਾਂ ਮਿਲਦੇ ਨੇ ਜਾਂ ਉਹਨਾਂ ਨੂੰ ਪਾਉਣ ਦਾ ਕੋਈ ਢੰਗ ਹੈ, ਉਹ ਹੈ ਮਾਲਿਕ ਦਾ ਨਾਮ, ਉਸ ਮਾਲਿਕ ਦੀ ਸ਼ਰਨ। ਅੱਗੇ ਆਪ ਕਹਿੰਦੇ ਨੇ ਕਿ ਚਾਰੋਂ ਯੁਗ 84 ਭੋਗੀ, ਅਤ ਦੁੱਖ ਪਾਇਆ ਨਰਕ ਰਹਾ। ਚਾਰੋਂ ਯੁਗ, ਚਾਰ ਯੁਗ ਕਿਹੜੇ? ਸਤਯੁਗ, ਤ੍ਰੇਤਾ, ਦੁਆਪਰ, ਕਲ ਯੁਗ। ਹੋਰ ਜਗ੍ਹਾ ਬਹੁਤ ਸੁੰਦਰ ਬਾਣੀ ਫਰਮਾਨ ਕਰ ਰਹੀ ਹੈ ਕਿ ਚਾਰੋਂ ਯੁਗਾਂ ਕਾ ਹੁਣ ਨਬੇੜਾ। ਭਰਾਵਾ, ਜੋ ਤੂੰ ਚਾਰ ਯੁਗਾਂ ਦੇ ਵਿੱਚ ਨਹੀਂ ਕਰ ਸਕਿਆ, ਜੋ ਤੇਰੇ ਕੋਲੋਂ ਨਹੀਂ ਹੋ ਸਕਿਆ, ਹੁਣ ਹੋ ਸਕਦਾ ਹੈ। ਹੁਣ ਹੋਸ਼ ਕਰ ਲੈ, ਹੁਣ ਕਰ ਲੈ। ਚਾਰੋਂ ਯੁਗਾਂ ਦਾ ਹੋਣ ਨਬੇੜਾ, ਨਰ ਮਨੁੱਖਾਂ ਨੂੰ ਇੱਕ ਨਿਧਾਨਾ। ਜਪ ਤਪ ਸੰਯਮ ਉਹਨਾਂ ਯੁਗਾਂ ਕਾ ਧਰਮ ਹੈ। ਅਤੇ ਕਲਯੁਗ ਦੇ ਵਿੱਚ ਕਲ ਕੀਰਤ ਹਰ ਨਾਮਾ। ਕਲਯੁਗ ਦੇ ਵਿੱਚ ਭਾਈ ਹਰੀ ਨਾਮ ਦੇ ਨਾਲ ਤੇਰਾ ਛੁਟਕਾਰਾ ਹੋ ਸਕਦਾ ਹੈ। ਯੁਗ ਯੁਗ ਆਪੋ ਆਪਣਾ ਧਰਮ ਹੈ। ਸਾਰੇ ਯੁਗਾਂ ਦੇ ਵਿੱਚ ਆਪੋ ਆਪਣਾ ਧਰਮ ਹੈ, ਆਪੋ ਆਪਣਾ ਸਿਸਟਮ ਹੈ। ਯੁਗ ਯੁਗ ਆਪੋ ਆਪਣਾ ਧਰਮ ਹੈ। ਸੋਧ ਦੇਖੋ ਵੇਦ ਪੁਰਾਨਾ, ਗੁਰਮੁਖੀ ਜਿਨ੍ਹਾਂ ਧਿਆਇਆ। ਗੁਰਮੁਖ ਜਿਨੀ ਧਿਆਇਆ ਹਰ, ਜਗ ਤੇ ਪੂਰੇ ਪਰਵਾਨਾ। ਪਰ ਜਿਨ੍ਹਾਂ ਨੇ ਕਾਮਲ ਮੁਰਸ਼ਦ ਦੇ ਜ਼ਰੀਏ ਉਸ ਮਾਲਕ ਦਾ ਸਿਮਰਨ ਕੀਤਾ, ਉਹਨੂੰ ਧਿਆਇਆ, ਉਹਨਾਂ ਦਾ ਇਸ ਜਗ 'ਤੇ ਆਉਣਾ ਪ੍ਰਵਾਨ ਹੋਇਆ। ਔਰ ਅੱਗੇ ਕਹਿੰਦੇ ਨੇ ਕਿ ਅਤ ਦੁੱਖ ਪਾਇਆ ਨਰਕ ਰਹਾ। ਇਸੇ ਚੱਕਰਾਂ 'ਚ ਇਹ ਜੀਵ ਤੂੰ ਦੁਖੀ ਰਿਹਾ। ਨਰਕ ਤੋਂ ਕੀ ਭਾਵ ਹੈ? ਦਿਨ ਰਾਤ ਦੁੱਖ ਦੇ ਵਿੱਚ ਰਹਿਣਾ ਨਰਕ ਬਣ ਗਿਆ। ਦੁੱਖ ਕਿੰਨੇ ਕੁ? ਦੁੱਖ ਮੇ ਜਨਮੇ, ਦੁੱਖ ਮੇ ਮਰਨਾ। ਦੁੱਖ न मिटे बिन गुर की शरणा। दुख ही उपजे दुख ही बिन से, क्या ले आया क्या ले जाया। ऐ इंसान, ਇੱਥੇ ਤੂੰ ਕੀ ਲੈ ਕੇ ਆਇਆ ਹੈ? ਇੱਥੋਂ ਤੂੰ ਕੀ ਲੈ ਕੇ ਜਾਣਾ ਹੈ? ਸਵਾਮੀ ਜੀ ਕਹਿ ਰਹੇ ਹਨ ਕਿ ਮੈਂ ਬਾਰ-ਬਾਰ ਚੇਤਾਵਨੀ ਦੇ ਰਿਹਾ ਹਾਂ, ਬਾਰ-ਬਾਰ ਸੰਸਾਰ ਨੂੰ ਦੱਸ ਰਿਹਾ ਹਾਂ ਕਿ ਇਸ ਦੁਨੀਆ ਦੇ ਵਿੱਚ ਦੁੱਖ ਹੀ ਦੁੱਖ ਨੇ, ਸੁੱਖ ਕੋਈ ਨਹੀਂ। ਗੁਰਬਾਣੀ 'ਚ ਫਰਮਾਨ ਹੈ ਕਿ ਸੰਤੋ ਸੁਣੋ ਸੁਣੋ ਜਨ ਬਾਈ, ਗੁਰ ਕਾਂਢੀ ਬਾਂਕ ਕੀਜੇ,
ਜੇ ਆਤਮ ਕੋ ਸੁਖ ਸੁਖ ਨਿਤ ਲੋੜੋ, ਤਾਂ ਸਤਿਗੁਰੂ ਸ਼ਰਨ ਪਵੀਜੇ। ਜੇ ਆਤਮਾ ਦਾ ਸੁਖ ਚਾਹੁੰਦਾ ਹੈ, ਜੇ ਸਦਾ ਲਈ ਸੁਖੀ ਹੋਣਾ ਚਾਹੁੰਦਾ ਹੈ, ਤੇ ਸਤਿਗੁਰੂ ਦੀ ਸ਼ਰਨ 'ਚ ਆ ਜਾ। ਇਸ ਤੋਂ ਇਲਾਵਾ ਤੈਨੂੰ ਇਸ ਸੰਸਾਰ ਦੇ ਵਿੱਚ ਸੁਖ ਨਹੀਂ ਮਿਲ ਸਕਦਾ। ਹੁਣ ਫਰਮਾਉਂਦੇ ਨੇ ਕਿ ਤੂੰ ਜੇ ਹੁਣ ਇਸ ਜਨਮ ਦੇ ਵਿੱਚ ਭਗਤੀ ਨਾ ਕੀਤੀ, ਉਸ ਮਾਲਕ ਦਾ ਨਾਮ ਨਾ ਸਿਮਰਿਆ, ਤੇ ਜਨਮ ਜਨਮ ਦੇ ਵਿੱਚ ਦੁੱਖ ਪਾਵੇਂਗਾ। ਕਿੰਨੇ ਕੁ ਦੁੱਖ ਪਾਵੇਂਗਾ? 84 ਲੱਖ ਤਾਂ ਵੱਟ 'ਤੇ ਹੀ ਪਿਆ ਹੈ ਨਾ, ਇਹ ਤਾਂ ਸਾਰਿਆਂ ਨੂੰ ਹੀ ਪਤਾ ਹੈ। ਜਮ ਜਮ ਮਰੇ, ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ਼ ਲੰਮੇ। ਸਾਧ ਸੰਗਤ ਜੀ, ਇਹ ਜੰਮਣਾ ਮਰਨਾ ਬੜਾ ਔਖਾ ਹੈ। ਮਾਤਾ ਦੇ ਗਰਭ 'ਚ ਆਉਣਾ ਦੁੱਖਾਂ ਦਾ ਸਾਗਰ ਹੈ। ਕੀ ਹਾਲਤ ਹੁੰਦੀ ਹੈ ਮਾਤਾ ਦੇ ਗਰਭ ਦੇ ਵਿੱਚ? ਮੁੱਖ ਤਲੇ ਪੈਰ ਉੱਪਰੇ, ਬਛੰਦੋ ਕੁਹੱਥੜੇ ਥਾਏ, ਸੋ ਧਨੀ ਕਿਉਂ ਵਿਸਾਰਿਆ, ਉਧਰੇ ਜਿਸਕੇ ਨਿਆਏ। ਕਿਸ ਤਰ੍ਹਾਂ ਮਾਤਾ ਦੇ ਗਰਭ ਦੇ ਵਿੱਚ ਤੂੰ ਜੀਵ ਪੁੱਠਾ ਲਟਕਿਆ ਹੁੰਨਾ, ਤੇ ਹਰ ਪਲ ਉਸ ਮਾਲਕ ਦੇ ਅੱਗੇ ਅਰਦਾਸਾਂ ਕਰਦਾ ਹੈ, ਤੇ ਮਾਲਕ ਤੈਨੂੰ ਉੱਥੇ ਵੀ ਜਿਉਂਦਾ ਰੱਖਦਾ ਹੈ, ਤੇ ਜਨਮ ਤੋਂ ਬਾਅਦ ਤੂੰ ਉਸ ਮਾਲਕ ਨੂੰ ਹੀ ਭੁੱਲ ਜਾਣਾ ਹੈ। ਦੁੱਖ ਵਿੱਚ ਜਨਮ, ਦੁੱਖ ਵਿੱਚ ਮਰਨ, ਦੁੱਖ ਬਰਤਨ ਸੰਸਾਰ, ਦੁੱਖ ਦੁੱਖ ਅੱਗੇ ਆਖੀਏ, ਪੜ ਪੜ ਕਰੇ ਪੁਕਾਰ। ਜੇ ਇੱਥੇ ਅਸੀਂ ਮਾਲਕ ਦੇ ਨਾਲ ਵਸਾਲ ਨਾ ਕੀਤਾ, ਉਹਦਾ ਨਾਮ ਨਾ ਜਪਿਆ, ਸਿਮਰਨ ਨਾ ਕੀਤਾ, ਫਿਰ ਅੱਗੇ ਵੀ ਸੁੱਖ ਕੋਈ ਨਹੀਂ। ਦੁੱਖ ਕੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਏ, ਦੁੱਖ ਵਿੱਚ ਜੀਵ ਜਲਾਇਆ, ਦੁਖੀਆ ਚੱਲੇ ਰੋਏ। ਜੀਵ ਰੋਂਦਾ ਆਇਆ, ਰੋਂਦਾ ਹੀ ਚਲਾ ਗਿਆ, ਦੁੱਖ ਭੋਗਦਾ ਆਇਆ, ਦੁੱਖ ਭੋਗਦਾ ਹੀ ਚਲਾ ਗਿਆ। ਸੁੱਖ ਸ਼ਾਂਤੀ ਨਾਮ ਦੀ ਕੋਈ ਚੀਜ਼ ਹਾਸਲ ਨਾ ਕੀਤੀ। ਕਿਉਂ? ਮਨਮੁਖ ਆਏ, ਮਨਮੁਖ ਜਾਏ, ਮਨਮੁਖ ਫਿਰ ਚੋਟਾਂ ਖਾਏ। ਮਨਮੁਖਾਂ ਦੇ ਹਿੱਸੇ 'ਚ ਚੋਟਾਂ ਹੀ ਆਉਂਦੀਆਂ ਨੇ, ਦੁੱਖ ਹੀ ਆਉਂਦਾ ਨਹੀਂ। ਸਵਾਮੀ ਜੀ ਫਰਮਾਉਂਦੇ ਨੇ ਕਿ ਇੱਕ ਛਿਨ ਨਾ ਚੈਨ ਰਹਾ। ਜਦ ਤੱਕ ਪੂਰਾ ਸਤਿਗੁਰੂ ਇਸ ਜੀਵ ਨੂੰ ਨਾ ਮਿਲੇ, ਛੁਟਕਾਰਾ ਨਹੀਂ ਹੋ ਸਕਦਾ। ਮੂਰਖ ਜੰਮਦਾ ਰਹੇਗਾ, ਮਰਦਾ ਰਹੇਗਾ। ਗੁਰੂ ਗੋਬਿੰਦ ਸਿੰਘ ਜੀ ਫਰਮਾਉਂਦੇ ਨੇ ਕਿ ਇੱਕ ਚਿੱਤ ਜੇ ਇੱਕ ਛਿਨ ਧਿਆਇਓ, ਕਾਲ ਫਾਂਸ ਕੇ बीच ਨਾ ਆਇਓ। ਐ ਜੀਵ, ਅਗਰ ਤੂੰ ਉਸ ਮਾਲਕ ਦੀ ਆਰਾਧਨਾ ਕਰੇ ਤੇ ਕਾਲ ਦੇ ਦਾਇਰੇ 'ਚ ਨਹੀਂ ਆਉਣਾ ਪਵੇਗਾ, ਭਾਵ ਇਸ ਜਨਮ ਮਰਨ ਦੇ ਚੱਕਰਾਂ ਤੋਂ ਬਚ ਜਾਵੇਂਗਾ, ਨਹੀਂ ਤੇ ਪਾਪ ਪੁੰਨ ਬਿਫਤਾ ਭੋਗੀ। ਜਿਹਾ ਬੀਜੇ ਸੋ ਲੁਣੇ, ਕਰਮਾ ਸੰਧੜਾ ਖੇਤ। ਇਹ ਕਰਮ ਭੂਮੀ ਹੈ, ਕਲਯੁਗ ਵੀ ਹੈ ਤੇ ਕਰਯੁਗ ਵੀ ਹੈ। ਜਿਹੋ ਜਿਹਾ ਕਰੇਗਾ ਉਹੋ ਜਿਹਾ ਹੀ ਭਰੇਗਾ। ਇਸ ਸੰਸਾਰ ਦੇ ਵਿੱਚ ਨਾ ਪਾਪ ਪੁੰਨ ਦਾ ਬੜਾ ਜ਼ੋਰ ਹੈ ਕਿ ਇਹ ਪਾਪ ਹੈ, ਇਹ ਪੁੰਨ ਹੈ, ਇਹ ਅੱਛਾ ਕਰਮ ਹੈ, ਇਹ ਮਾੜਾ ਕਰਮ ਹੈ। ਪਾਪ ਪੁੰਨ ਕੀ ਹੋਇਆ, ਇਹਦੇ ਵੱਲ ਆਪਾਂ ਥੋੜ੍ਹਾ ਜਿਹਾ ਧਿਆਨ ਮਾਰੀਏ। ਇਹ ਪਾਪ ਪੁੰਨ ਹੈ ਕੀ? ਪਾਪ ਪੁੰਨ ਦੋਨੋਂ ਭਾਈ, ਦੋਨੋਂ ਮਿਲ ਕੇ ਸ੍ਰਿਸ਼ਟ ਉਪਾਈ। ਕਿ ਇਹਨਾਂ ਦੋਨਾਂ ਦੇ ਨਾਲ ਮਿਲ ਕੇ ਇਹ ਸ੍ਰਿਸ਼ਟੀ ਬਣੀ ਹੈ ਔਰ ਚੱਲ ਰਹੀ ਹੈ। ਅਸਲ ਦੇ ਵਿੱਚ ਪਾਪ ਪੁੰਨ ਦਾ ਫਰਕ ਕਰਨਾ ਔਖਾ ਹੈ। ਵੱਖਰੇ ਵੱਖਰੇ ਧਰਮ, ਵੱਖਰੇ ਵੱਖਰੇ ਰਿਵਾਜ, ਸਿਸਟਮ ਸਮਝ ਦੇ ਵਿੱਚ ਨਹੀਂ ਆਉਂਦਾ ਕਿ ਪਾਪ ਪੁੰਨ ਦਾ ਫੈਸਲਾ ਕਿਵੇਂ ਕੀਤਾ ਜਾਵੇ। ਮੁਸਲਮਾਨਾਂ ਦੇ ਵਿੱਚ, ਇਸਲਾਮ ਦੇ ਵਿੱਚ ਬਕਰੀਦ ਨੂੰ ਜੀਵਾਂ ਦੀ ਕੁਰਬਾਨੀ ਦੇਣੀ, ਉਹਨਾਂ ਨੂੰ ਕੱਟਣਾ ਪੁੰਨ ਸਮਝਿਆ ਜਾਂਦਾ ਹੈ, ਪੁੰਨ ਮੰਨਿਆ ਜਾਂਦਾ ਹੈ। ਔਰ ਅਸੀਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਜੀਵਾਂ ਦੀ ਕੁਰਬਾਨੀ ਦਿੱਤੀ ਜਾਂਦੀ ਹੈ। 6-6 ਮਹੀਨੇ ਪਹਿਲਾਂ, ਸਾਲ ਪਹਿਲਾਂ ਬੱਕਰਿਆਂ ਨੂੰ, ਦੂੰਬਿਆਂ ਨੂੰ ਪਾਲਿਆ ਜਾਂਦਾ ਹੈ ਤਾਂ ਕਿ ਉਹਨਾਂ ਦੀ ਈਦ ਵਾਲੇ ਦਿਨ ਕੁਰਬਾਨੀ ਦਿੱਤੀ ਜਾ ਸਕੇ। ਖੁਸ਼ੀਆਂ ਮਨਾਈਆਂ ਜਾਂਦੀਆਂ ਨੇ। ਤੇ ਉਧਰ ਦੂਸਰੇ ਪਾਸੇ ਹਿੰਦੂ ਧਰਮ ਦੇ ਵਿੱਚ, ਜੈਨ ਧਰਮ ਦੇ ਵਿੱਚ ਜੀਵ ਹੱਤਿਆ, ਉਹਨਾਂ ਨੂੰ ਮਾਰਨਾ, ਇਹ ਪਾਪ ਸਮਝਿਆ ਜਾਂਦਾ ਹੈ। ਕਿਸੇ ਦੀ ਹੱਤਿਆ ਕਰਨੀ, ਕਿਸੇ ਨੂੰ ਮਾਰ ਦੇਣਾ, ਇਹਨੂੰ ਪਾਪ ਸਮਝਿਆ ਜਾਂਦਾ ਹੈ। ਇਹ ਸਮਝ ਬੜੀ ਔਖੀ ਆਉਂਦੀ ਹੈ ਕਿ ਪੁੰਨ ਕੀ ਹੈ ਤੇ ਪਾਪ ਕੀ ਹੈ। ਗੰਗਾਧਰ ਤਿਲਕ ਨੇ ਕਿਹਾ ਸੀ ਕਿ ਜਿਸ ਕਰਮ ਦੇ ਵਿੱਚ ਸਰਬੱਤ ਦਾ ਭਲਾ ਹੋਵੇ, ਆਪਣਾ ਵੀ ਨਾਲ ਭਲਾ ਹੋਵੇ, ਉਹ ਪੁੰਨ ਹੈ। ਜਿਹਦੇ ਵਿੱਚ ਨੁਕਸਾਨ ਹੋਵੇ, ਦੁੱਖ ਹੋਵੇ, ਉਹ ਪਾਪ ਹੈ।
ਕਿਸੇ ਮਹਾਤਮਾ ਨੂੰ ਪੁੱਛਿਆ ਕਿ ਮਹਾਤਮਾ ਜੀ, ਪੁੰਨ ਤੇ ਪਾਪ ਕੀ ਹੁੰਦੇ ਨੇ? ਉਹਨਾਂ ਨੇ ਕਿਹਾ ਕਿ ਜਿਸ ਦੇ ਨਾਲ ਆਤਮਾ ਬਲਵਾਨ ਹੋਵੇ, ਜਿਸ ਕਰਮ ਦੇ ਨਾਲ ਆਤਮਾ ਬਲਵਾਨ ਹੋਵੇ ਉਹ ਪੁੰਨ ਹੈ, ਜਿਸ ਦੇ ਨਾਲ ਕਮਜ਼ੋਰ ਹੋਵੇ ਉਹ ਪਾਪ ਹੈ। ਇਹ ਪੁੰਨ ਪਾਪ ਦਾ ਬਖੇੜਾ ਸ਼ੁਰੂ ਕਿੱਥੋਂ ਹੋਇਆ? ਕਿਹਾ ਜਾਂਦਾ ਹੈ ਕਿ ਜਦੋਂ ਖੁਦਾ ਨੇ ਆਦਮ ਨੂੰ ਬਣਾਇਆ, ਆਦਮੀ ਨੂੰ ਬਣਾਇਆ, ਤੇ ਉਸ ਨੇ ਸ਼ੈਤਾਨ ਜਿਹੜਾ ਫਰਿਸ਼ਤਿਆਂ ਦਾ ਸਰਦਾਰ ਸੀ ਉਹਨੂੰ ਕਿਹਾ ਕਿ ਤੂੰ ਇਸ ਨੂੰ ਸਜਦਾ ਕਰ। ਸ਼ੈਤਾਨ ਬੜਾ ਚਲਾਕ ਸੀ। ਉਸ ਨੇ ਕਿਹਾ ਕਿ ਐ ਖੁਦਾ, ਤੂੰ ਨੂਰਾਨੀ ਏ, ਤੂੰ ਨੂਰ ਭਰਿਆ ਏ, ਮੈਂ ਤੇਰਾ ਸਜਦਾ ਤਾਂ ਕਰ ਸਕਦਾ ਏ, ਪਰ ਇਹ ਮਿੱਟੀ ਦੇ ਪੁਤਲੇ ਦਾ ਬਣਿਆ, ਮੈਂ ਇਸ ਦਾ ਸਜਦਾ ਨਹੀਂ ਕਰਨਾ, ਇਹ ਖਾਕੀ ਏ। ਕਹਿੰਦੇ ਨੇ ਖੁਦਾ ਨਾਰਾਜ਼ ਹੋ ਗਿਆ। ਉਸ ਨੇ ਇਸ ਨੂੰ ਸਵਰਗ ਦੇ ਵਿੱਚੋਂ ਕੱਢ ਦਿੱਤਾ ਤੇ ਫਿਰ ਉਹ ਇਸ ਦਾ ਸ਼ਰੀਕ ਬਣ ਗਿਆ। ਇਸ ਤਰ੍ਹਾਂ ਇਹ ਕਹਾਣੀ ਚੱਲੀ ਆ ਰਹੀ ਹੈ। ਪਰ ਅਸੀਂ ਦੇਖਣਾ ਹੈ ਕਿ ਸੰਤਮਤ ਦੇ ਵਿੱਚ, ਗੁਰਮਤ ਦੇ ਵਿੱਚ ਪਾਪ ਪੁੰਨ ਕਿਸ ਨੂੰ ਕਹਿੰਦੇ ਨੇ? ਉਹ ਕੰਮ ਜੋ ਸਾਨੂੰ ਮਾਲਕ ਦੇ ਨਾਲ ਜੋੜੇ, ਜੋ ਮਾਲਕ ਵੱਲ ਜਾਣ ਦੀ ਪ੍ਰੇਰਨਾ ਦੇਵੇ, ਉਹ ਪੁੰਨ ਹੈ। ਜਿਹੜਾ ਮਾਲਕ ਤੋਂ ਦੂਰ ਕਰੇ, ਉਹ ਤੋਂ ਵਿਛੋੜੇ, ਉਹ ਪਾਪ ਹੈ। ਗੁਰਬਾਣੀ ਇਸ ਚੀਜ਼ ਦੀ ਗਵਾਹੀ ਦਿੰਦੀ ਹੈ ਕਿ ਜਿਨੀ ਨਾਮ ਵਿਸਾਰਿਆ ਵੋ ਕਰਮ ਕਮਾਵੇ ਹੋਰ, ਨਾਨਕ ਜੰਪੁਰ ਬੱਧੇ ਮਾਰੀਏ ਜਿਉ ਸੰਨੀ ਉੱਪਰ ਚੋਰ। ਭਰਾਵਾ, ਜੇ ਮਾਲਕ ਦਾ ਸਿਮਰਨ ਨਾ ਕੀਤਾ, ਉਹਦੇ ਨਾਮ ਨੂੰ ਨਹੀਂ ਜਪਿਆ, ਜਿੰਨੇ ਮਰਜ਼ੀ ਕਰਮ ਕਾਂਡ ਕਰ ਲੈ, ਜਿੰਨਾ ਮਰਜ਼ੀ ਤੂੰ ਦੌੜ ਲੈ, ਤੇਰਾ ਛੁਟਕਾਰਾ ਨਹੀਂ ਹੋਣਾ। ਇਹ ਪੁੰਨ ਪਾਪ ਦੇ ਬਾਰੇ ਕੁਝ ਆਪਣੇ ਮਨ ਦੇ ਉੱਤੇ ਵੀ ਡਿਪੈਂਡ ਕਰਦਾ ਹੈ ਕਿ ਜਿਸ ਤਰ੍ਹਾਂ ਕਿਸੇ ਦੀ ਭਾਵਨਾ ਹੋਵੇਗੀ, ਕਿਸੇ ਦੀ ਧਾਰਨਾ ਹੋਵੇਗੀ, ਉਸ ਨੂੰ ਉਸੇ ਤਰ੍ਹਾਂ ਉਹ ਚੀਜ਼ ਲੱਗੇਗੀ। ਯੁਧਿਸ਼ਟਰ ਜਦੋਂ ਕਿਸੇ ਬੁਰੇ ਆਦਮੀ ਦੀ ਤਲਾਸ਼ 'ਚ ਗਿਆ ਤੇ ਉਸ ਨੂੰ ਕੋਈ ਬੁਰਾ ਇਨਸਾਨ ਹੀ ਨਹੀਂ ਲੱਭਿਆ, ਤੇ ਜਦੋਂ ਦੁਰਯੋਧਨ ਕਿਸੇ ਭਲੇ ਆਦਮੀ ਦੀ ਤਲਾਸ਼ ਦੇ ਵਿੱਚ ਗਿਆ ਤੇ ਉਹਨੂੰ ਕੋਈ ਵੀ ਭਲਾ ਇਨਸਾਨ ਨਹੀਂ ਮਿਲਿਆ। ਦਰਅਸਲ ਉੱਥੇ ਕੋਈ ਭਲੇ ਜਾਂ ਬੁਰਿਆਂ ਦੀ ਕਮੀ ਨਹੀਂ ਸੀ। ਉਹਨਾਂ ਦੇ ਮਨ ਦੀ ਜੋ ਸਥਿਤੀ ਸੀ, ਉਹਨਾਂ ਨੂੰ ਉਹੋ ਹੀ ਅੱਗਿਓਂ ਮਿਲਿਆ। ਕਿਸੇ ਚੰਗੇ ਭਲੇ ਇਨਸਾਨ ਦੇ ਲਈ ਅਸੀਂ ਆਪਣੇ ਮਨ ਦੇ ਵਿੱਚ ਪ੍ਰੀ ਓਕੂਪੇਸ਼ਨ ਕਰ ਲਈਏ ਕਿ ਇਹ ਇਨਸਾਨ, ਇਹ ਆਦਮੀ ਬੁਰਾ ਇਨਸਾਨ ਹੈ ਤੇ ਸਾਨੂੰ ਉਹ ਬੁਰਾ ਹੀ ਨਜ਼ਰ ਆਵੇਗਾ। ਸੋ ਅਸੀਂ ਗੁਰਮਤ ਨਾਲ ਚੱਲਣਾ ਹੈ ਕਿ ਜੋ ਕੰਮ ਮਾਲਿਕ ਨਾਲੋਂ ਅਲੱਗ ਕਰਦਾ ਹੈ ਉਹ ਪਾਪ ਹੈ। ਜਿਸ ਕਰਮ ਦੇ ਨਾਲ ਮਾਲਿਕ ਦੀ ਪ੍ਰਾਪਤੀ ਹੁੰਦੀ ਹੈ, ਉਹ ਉਸ ਦੇ ਨਾਲ ਜੁੜਦੇ ਹਾਂ, ਉਹ ਪੁੰਨ ਹੈ। ਸਤਿਗੁਰ ਨਾਮ ਨਾ ਲੱਭੀਏ, ਲੱਖ ਕੋਟੀ ਕਰਮ ਕਮਾਏ। ਸਤਿਗੁਰ ਤੋਂ ਬਗੈਰ ਜਿੰਨਾ ਮਰਜ਼ੀ ਤੂੰ ਕਰਮ ਕਰ ਲੈ, ਚੰਗੇ ਕਰ ਲੈ, ਭੈੜੇ ਕਰ ਲੈ, ਜੋ ਮਰਜ਼ੀ ਕਰੀ ਜਾ, ਤੇਰੀ ਗੱਲ ਗੁਰੂ ਤੋਂ ਬਗੈਰ ਨਹੀਂ ਬਣਨੀ। ਜਿੱਥੇ ਮਰਜ਼ੀ ਟੱਕਰਾਂ ਮਾਰੀ ਜਾ। ਫਿਰ ਕੀ ਕਰਨਾ ਚਾਹੀਦਾ ਹੈ? ਗੁਰ ਕਰਤਾ ਗੁਰ ਕਰਨੇ ਜੋਗ, ਗੁਰ ਪਰਮੇਸ਼ਰ ਹੈ ਵੀ ਹੋਗ। ਦੇਖੋ ਗੁਰੂ ਦੀ ਕਿੰਨੀ ਤਾਕਤ ਹੈ, ਗੁਰੂ ਦੀ ਹਸਤੀ ਕਿੰਨੀ ਉੱਚੀ ਹੈ। ਗੁਰ ਕਰਤਾ ਗੁਰ ਕਰਨੇ ਜੋਗ, ਗੁਰ ਪਰਮੇਸ਼ਰ ਹੈ ਵੀ ਹੋਗ। ਕੋ ਨਾਨਕ ਪ੍ਰਭ ਇਹ ਜਨਾਈ, ਬਿਨ ਗੁਰ ਮੁਕਤ ਨ ਪਾਈਏ ਭਾਈ। ਇਹ ਫੈਸਲਾ ਕਰ ਦਿੱਤਾ ਕਿ ਗੁਰੂ ਤੋਂ ਬਿਨਾਂ, ਨਾਮ ਤੋਂ ਬਿਨਾਂ ਉਸ ਮਾਲਿਕ ਦਾ ਪਤਾ ਨਹੀਂ ਲੱਗ ਸਕਦਾ। ਉਹਦੇ ਤੋਂ ਬਗੈਰ ਤੇਰੀ ਮੁਕਤੀ ਨਹੀਂ ਹੋ ਸਕਦੀ। ਫਿਰ ਕੀ ਕਰਨਾ ਚਾਹੀਦਾ? ਕੋਈ ਇਸ ਤਰ੍ਹਾਂ ਦਾ ਗੁਰੂ ਲੱਭ ਹੈ ਜੀਵ। ਕਿਸ ਤਰ੍ਹਾਂ ਦਾ? ਸੋ ਗੁਰ ਕਰੇ ਜੋ ਸੱਚ ਦ੍ਰਿੜਾਵੇ, ਜੋ ਸੱਚ ਦਾ ਉਪਦੇਸ਼ ਦੇਵੇ, ਸੱਚ ਦਾ ਚਿੰਤਨ ਕਰਵਾਵੇ, ਦੁਨੀਆ ਦੇ ਵਿੱਚ ਨਾ ਫਸਾਵੇ। ਅਕਥ ਕਥਾਵੇ, ਉਸ ਮਾਲਕ ਬਾਰੇ ਦੱਸੇ ਜਿਸ ਦਾ ਸਾਨੂੰ ਅੱਜ ਤੱਕ ਪਤਾ ਨਹੀਂ ਲੱਗਿਆ। ਅਕਥ ਕਥਾਵੇ, ਸ਼ਬਦ ਮਿਲਾਵੇ, ਸ਼ਬਦ ਦਾ ਧਾਰਨੀ ਹੋਵੇ, ਸ਼ਬਦ ਦੇ ਨਾਲ ਤੈਨੂੰ ਉਸ ਮਾਲਕ ਦੇ ਨਾਲ ਮਿਲਾ ਦੇਵੇ, ਉਸ ਨਾਲ ਜੋੜ ਦੇਵੇ। ਕਿਉਂਕਿ ਸ਼ਬਦ ਤੋਂ ਬਿਨਾਂ, ਨਾਮ ਤੋਂ ਬਿਨਾਂ ਇਹ ਕਾਰਜ ਤੇਰਾ ਪੂਰਾ ਨਹੀਂ ਹੋ ਸਕਦਾ। ਕਿਉਂਕਿ ਮਾਲਕ ਦੇ ਨਾਲ ਜੁੜਨ ਵਾਲਾ, ਉਹ ਪਰਮਾਤਮਾ ਦੇ ਨਾਲ ਜੁੜਨ ਵਾਲਾ ਜੋ ਕੰਮ ਹੈ, ਇਸ ਮਨੁੱਖਾ ਜਨਮ ਦੇ ਵਿੱਚ ਹੀ ਇਨਸਾਨ ਤੂੰ ਕਰ ਸਕਦਾ ਹੈ। ਹੋਰ ਕੋਈ ਜੂਨ ਨਹੀਂ ਹੈ, ਹੋਰ ਕੋਈ ਤਰੀਕਾ ਨਹੀਂ ਹੈ। ਗੁਰੂ ਦੀ ਸੇਵਾ ਕਰ ਲੈ, ਉਹਦੀ ਸੇਵਾ ਦੇ ਵਿੱਚ ਆ ਜਾ।
क्यों गुर सेवा ते भगत कमाई, तब ए मानस देही पाई। इस देही को सिमरे देव, सा देही भज हर की सेव। भजो गोविंद भूल मत जाओ, क्यों मानस जन्म का यही लाहो। जब लग रोग जरा नहीं आया, जब लग काल ग्रसी नहीं काया। जब लग बिकल नहीं बाणी, भज ले रे मन सारंग पाणी। अब ना भजस भजस कब भाई। ਇੱਕ ਸਵਾਲ ਹੈ, ਜੇ ਮਨੁੱਖਾ ਜਨਮ ਦੇ ਵਿੱਚ ਵੀ ਆ ਕੇ ਤੂੰ ਉਸ ਮਾਲਕ ਦਾ ਸਿਮਰਨ ਨਾ ਕੀਤਾ, ਉਸ ਨੂੰ ਯਾਦ ਨਾ ਕੀਤਾ, ਉਸ ਦੇ ਨਾਲ ਵਿਸਾਲ ਨਾ ਕੀਤਾ, ਤੇ ਕਦ ਕਰੇਗਾ। ਅਬ ਨਾ ਭਜਸ ਭਜਸ ਕਬ ਬਾਈ, ਆਵੇ ਅੰਤ ਨਾ ਭਜਿਆ ਜਾਈ। ਭਾਈ ਫਿਰ ਆਖਰ ਦੇ ਵਿੱਚ ਤੇਰੇ ਕੋਲੋਂ ਕੁਛ ਨਹੀਂ ਹੋਣਾ। ਸਵਾਮੀ ਜੀ ਕਹਿੰਦੇ ਨੇ ਕਿ ਮਿਲੀ ਨਰਦੇ ਤੁਮਕੋ, ਬਣਾਓ ਕਾਜ ਕੁਛ ਆਪਣਾ। ਹੁਣ ਤੂੰ ਆਪਣਾ ਕੰਮ ਬਣਾ ਸਕਦਾ ਹੈ। ਕਿਉਂ? ਕਿਉਂਕਿ ਤੈਨੂੰ ਹੁਣ ਇਹ ਨਰਦੇਹੀ ਮਿਲੀ ਏ। ਮਾਲਕ ਨੇ ਤੇਰੇ ਉੱਤੇ ਬੜੀ ਕਿਰਪਾ ਕੀਤੀ ਕਿ ਤੈਨੂੰ ਇਹ ਮਨੁੱਖਾ ਸਰੀਰ ਦੇ ਦਿੱਤਾ। ਸਵਾਮੀ ਜੀ ਹੋਰ ਜਗ੍ਹਾ ਵੀ ਫਰਮਾਉਂਦੇ ਨੇ ਕਿ ਇਹ ਦੁਰਲਭ ਦੇਹੀ ਤੈਨੂੰ ਅਗਰ ਉਸ ਮਾਲਕ ਨੇ ਦੇ ਦਿੱਤੀ ਹੈ, ਬਾਈ ਚਾਂਸ ਤੈਨੂੰ ਇਹ ਸਰੀਰ ਮਿਲ ਗਿਆ ਹੈ ਤੇ ਚੰਗੇ ਕਰਮ ਕਰ, ਇਹ ਦੁਬਾਰਾ ਤੈਨੂੰ ਮੌਕਾ ਨਹੀਂ ਮਿਲਣਾ। ਫੱਫਾ ਫਿਰਤ ਫਿਰਤ ਤੂੰ ਆਇਆ, ਦੁਰਲਭ ਦੇ ਕਲ ਯੁਗ ਮੇ ਪਾਇਆ। ਫਿਰ ਇਹ ਅਵਸਰ ਚੜੇ ਨਾ ਹਾਥਾ, ਨਾਮ ਜਪੋ ਤਾਂ ਕੱਟੀਏ ਫਾਸਾ। ਭਰਾਵਾ ਫਿਰ ਇਹ ਮੌਕਾ ਮਿਲੇ ਮਿਲੇ ਨਾ ਮਿਲੇ, ਅੱਗੇ ਮੌਕਾ ਨਹੀਂ ਨਾ ਮਿਲਿਆ। ਕਿਉਂ ਨਹੀਂ ਮਿਲਿਆ? ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ। ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਮਿਲ ਜਗਦੀਸ਼ ਮਿਲਨ ਕੀ ਵਰੀਆ, ਚਿਰਨ ਕਾਲ ਇਹ ਦੇ ਸੰਜਰੀਆ। ਕਿੰਨੀ ਇੰਪੋਰਟੈਂਸ ਹੈ, ਕਿੰਨੀ ਮਹੱਤਤਾ ਹੈ, ਜਿਹਦੀ ਸਾਨੂੰ ਕਦਰ ਹੀ ਨਹੀਂ, ਜਿਹਦੇ ਬਾਰੇ ਅਸੀਂ ਕਦੀ ਸੋਚਦੇ ਹੀ ਨਹੀਂ। ਰੇ ਮਨ ਬੱਤਰ ਬੀਜਣ ਨਾਓ। ਹੁਣ ਬਰਸਾਤ ਦਾ ਮਹੀਨਾ ਹੈ ਨਾ, ਹੁਣ ਆਪਾਂ ਜਿਹੜਾ ਵੀ ਬੂਟਾ ਲਾਵਾਂਗੇ, ਜਿਹੜਾ ਵੀ ਪੌਦਾ ਲਾਵਾਂਗੇ, ਫੱਟ ਉੱਗ ਜਾਂਦਾ ਹੈ, ਫੱਟ ਹਰਿਆ ਹੋ ਜਾਂਦਾ ਹੈ। ਕਹਿੰਦੇ ਬੜੀ ਜਲਦੀ ਹੀ ਉਹਦੀ ਗਰੋਥ ਹੋ ਜਾਂਦੀ ਹੈ। ਸਰੀਰ ਤੇਰਾ ਵੀ ਇਹ ਸਾਉਣ ਦਾ ਮਹੀਨਾ ਹੈ ਭਾਈ, ਇਹਦੇ ਵਿੱਚ ਜੋ ਵੀ ਬੀਜੇਗਾ ਹਰਿਆ ਹੋ ਜਾਏਗਾ। ਇਹ ਹੁਣ ਤੂੰ ਦੇਖਣਾ ਹੈ ਕੀ ਬੀਜਣਾ ਹੈ, ਕੰਡੇ ਬੀਜਣੇ ਨੇ ਕਿ ਫੁੱਲ ਬੀਜਣੇ ਨੇ। ਰੇ ਮਨ ਬੱਤਰ ਬੀਜਣ ਨਾਓ, ਬੋਏ ਖੇਤੀ ਲਾਏ ਮਨੁਆ, ਭਲੋ ਸਬਾਸੋ ਆਓ। ਹੁਣ ਵਕਤ ਚੰਗਾ ਆ ਗਿਆ, ਚੰਗੀ ਰੁੱਤ ਆ, ਹੁਣ ਬੀਜ ਲੈ। ਕਿਸ ਤਰ੍ਹਾਂ ਬੀਜ ਲੈ? ਕੀ ਕਰਨਾ ਚਾਹੀਦਾ ਹੈ? ਪ੍ਰਭਾਤੇ ਪ੍ਰਭ ਨਾਮ ਜਪ, ਸਵੇਰੇ ਉੱਠ ਕੇ ਸਵੇਰੇ ਉਸ ਨਾਮ ਨੂੰ ਜਪ। ਵੈਸੇ ਮਾਲਕ ਦੇ ਸਿਮਰਨ ਕਰਨ ਲਈ ਸਾਰੇ ਵੇਲੇ ਚੰਗੇ ਨੇ, ਦਿਨ ਰਾਤ ਦੁਪਹਿਰ ਸ਼ਾਮ, ਜਿਸ ਵੇਲੇ ਵੀ ਤੂੰ ਨਾਮ ਜਪ ਸਕਦਾ ਹੈ ਜਪ। ਪਰ ਇਹਨਾਂ ਦੇ ਵਿੱਚੋਂ ਸਭ ਤੋਂ ਉੱਤਮ ਸਮਾਂ ਸਵੇਰੇ ਦਾ ਮੰਨਿਆ ਗਿਆ ਹੈ, ਕਿਉਂਕਿ ਉਸ ਵੇਲੇ ਸੋ ਕੇ ਉੱਠੇ ਹੁੰਦੇ ਆ, ਨੀਂਦਰ ਪੂਰੀ ਹੋ ਗਈ ਹੁੰਦੀ ਹੈ, ਆਦਮੀ ਫਰੈਸ਼ ਹੁੰਦਾ ਹੈ, ਕੋਈ ਰੋਲਾ ਲੱਪਾ ਵੀ ਨਹੀਂ ਪੈ ਰਿਹਾ ਹੁੰਦਾ। ਇਸ ਲਈ ਸਵੇਰ ਦਾ ਸਮਾਂ ਉੱਤਮ ਮੰਨਿਆ ਗਿਆ ਹੈ। ਪ੍ਰਭਾਤੇ ਪ੍ਰਭ ਨਾਮ ਜਪ, ਗੁਰ ਕੇ ਚਰਨ ਧਿਆਏ। ਜਨਮ ਮਰਨ ਮਲ ਉਤਰੇ, ਸਾਚੇ ਕੇ ਗੁਣ ਗਾਏ। ਫੈਸਲਾ ਕਰ ਦਿੱਤਾ। ਆਪਾਂ ਫਰੀਦ ਸਾਹਿਬ ਨੂੰ ਪੁੱਛ ਲਈਏ, ਉਹ ਕੀ ਕਹਿੰਦੇ ਨੇ। ਫਰੀਦ ਸਾਹਿਬ ਕਹਿੰਦੇ ਪਿਛਲ ਰਾਤ ਨਾ ਜਾਗਿਓ ਤਾਂ ਜਿਉਂਦਾ ਮੋਏ। ਜੇ ਪਿਛਲੀ ਰਾਤ ਉੱਠ ਕੇ ਤੂੰ ਉਸ ਮਾਲਕ ਦਾ ਸਿਮਰਨ ਨਾ ਕੀਤਾ, ਉਸ ਦੀ ਯਾਦ ਦੇ ਵਿੱਚ ਭਜਨ ਸਿਮਰਨ ਨਾ ਕੀਤਾ, ਤੇ ਸੁੱਤਾ ਹੀ ਤੂੰ ਰਿਹਾ, ਤੇ ਤੂੰ ਸੁੱਤਾ ਹੀ ਮਰਿਆ ਵਰਗਾ ਏ। ਤੇਰੇ ਵਿੱਚ ਤੇ ਡੈੱਡ ਬੋਡੀ ਦੇ ਵਿੱਚ ਕੋਈ ਫਰਕ ਨਹੀਂ। ਪਰ ਅਸੀਂ ਇੱਕ ਗੱਲ ਯਾਦ ਰੱਖਣੀ ਹੈ ਕਿ ਅਸੀਂ ਉਸ ਮਾਲਕ ਦੀ ਭਗਤੀ ਗੁਰੂ ਦੇ ਥਰੂ ਕਰਨੀ ਹੈ। ਆਪਣੇ ਆਪ ਤੇਰੇ ਹੱਥ ਬਸ ਇਹ ਜੀਵ ਕੁਛ ਨਹੀਂ ਹੈ, ਤੇਰੇ ਕੋਲੋਂ ਕੁਛ ਨਹੀਂ ਹੋ ਸਕਦਾ। ਇਸ ਜੀਵਨ ਦੇ ਵਿੱਚ ਏਡੇ ਵੱਡੇ ਘੱਲੂ ਘਾਰੇ ਦੇ ਵਿੱਚੋਂ ਤੇਰੇ ਕੋਲੋਂ ਨਹੀਂ ਨਿਕਲ ਸਕਦਾ। ਤੂੰ ਏਡੇ ਵੱਡੇ ਉਸ ਮਾਲਿਕ ਦੇ ਰਾਜ਼ ਨੂੰ ਤੂੰ ਨਹੀਂ ਸਮਝ ਸਕਦਾ। ਪਰ ਦੁੱਖ ਦੀ ਗੱਲ ਹੈ ਕਿ ਅਸੀਂ ਉਸ ਮਾਲਕ ਦੀ ਭਗਤੀ ਗੁਰੂ ਤੋਂ ਬਗੈਰ ਕਰਨੀ ਚਾਹੁੰਦੇ ਹਾਂ। ਕਰਮ ਕਾਂਡਾਂ ਦੇ ਵਿੱਚ ਫਸ ਜਾਂਦੇ ਹਾਂ, ਫਿਰ ਰਸਮਾਂ ਰਿਵਾਜ਼ਾਂ ਦੇ ਵਿੱਚ ਫਸ ਜਾਂਦੇ ਹਾਂ। ਕਿਸੇ ਨੇ ਨਿੱਛ ਮਾਰ ਦਿੱਤੀ, ਓ ਹੋ
ਇਹ ਕੀ ਕਰ ਦਿੱਤਾ, ਬਹਿ ਜਾਂਦੇ ਹਾਂ ਕਿ ਕੰਮ ਖਰਾਬ ਹੋ ਗਿਆ, ਬਿੱਲੀ ਅੱਗਿਓਂ ਲੰਘ ਗਈ। ਅਸੀਂ ਇਹਨਾਂ ਚੀਜ਼ਾਂ ਵਿੱਚ ਹੀ ਫਸੇ ਰਹਿੰਦੇ ਹਾਂ। ਫਲਾਣਾ ਮੱਥੇ ਲੱਗ ਗਿਆ, ਅੱਜ ਸ਼ਨਿਚਰਵਾਰ ਹੈ, ਤੁਸੀਂ ਲੋਹਾ ਹੀ ਘਰ ਲੈ ਆਏ, ਘਰ ਕਲੇਸ਼ ਪੈ ਗਿਆ। ਅੱਜ ਵੀਰਵਾਰ ਹੈ, ਅਸੀਂ ਕੱਪੜੇ ਨਹੀਂ ਧੋਣੇ। ਅਸੀਂ ਇਹਨਾਂ ਚੀਜ਼ਾਂ ਵਿੱਚ ਹੀ ਫਸੇ ਰਹਿ ਗਏ। ਐ ਜੀਵ, ਤੂੰ ਇਹਨਾਂ ਚੀਜ਼ਾਂ ਦੇ ਵਿੱਚ ਹੀ ਫਸ ਕੇ ਆਪਣਾ ਕੀਮਤੀ ਸਮਾਂ ਬਰਬਾਦ ਕਰ ਰਿਹਾ ਹੈ। ਕੋਈ ਵਾਰ ਮਾੜਾ ਨਹੀਂ, ਕੋਈ ਵਕਤ ਮਾੜਾ ਨਹੀਂ। ਤੂੰ ਉਸ ਨੂੰ ਚੰਗਾ ਬਣਾਉਣ ਦੀ ਕੋਸ਼ਿਸ਼ ਕਰ। ਜਿਸ ਵਕਤ ਉਸ ਮਾਲਕ ਨੂੰ ਯਾਦ ਕਰੀਏ, ਉਹ ਵਕਤ, ਉਹ ਸਮਾਂ ਚੰਗਾ ਹੁੰਦਾ ਹੈ। ਹੁਣ ਆਪ ਕਹਿੰਦੇ ਨੇ ਕਿ ਮਨਮੁਖ ਭਗਤ ਕਰੇ ਬਿਨ ਸਤਿਗੁਰ। ਇਹ ਜੀਵ ਸਾਰੀ ਉਮਰ ਭਟਕਦਾ ਹੀ ਰਿਹਾ। ਉਸ ਨੂੰ, ਉਸ ਸੱਤ ਨੂੰ, ਉਸ ਮਾਲਕ ਦਾ ਪਤਾ ਹੀ ਨਹੀਂ ਤੈਨੂੰ ਲੱਗਾ। ਆਪ ਕਹਿੰਦੇ ਨੇ ਭਗਤਹੀਨ ਕਾਹੇ ਜਗ ਆਇਆ, ਪੂਰੇ ਗੁਰ ਕੇ ਸੇਵ ਨਾ ਕੀਤੀ, ਬਿਰਥਾ ਜਨਮ ਗਵਾਇਆ। ਜੇ ਇਹ ਕੰਮ ਤੂੰ ਨਾ ਕੀਤਾ, ਐ ਜੀਵ, ਹੋਰ ਭਾਵੇਂ ਤੂੰ ਜਿੰਨੇ ਮਰਜ਼ੀ ਇਸ ਦੁਨੀਆ ਦੇ ਉੱਤੇ ਕਰਮ ਕਰਦਾ ਰਹਿ, ਤੇਰਾ ਜਨਮ ਸਫਲ ਨਹੀਂ ਹੋ ਸਕਦਾ। ਇਸ ਜਨਮ ਦਾ ਕੋਈ ਫਾਇਦਾ ਨਹੀਂ ਹੋਏਗਾ। ਅੱਗੇ ਸਵਾਮੀ ਜੀ ਕਹਿੰਦੇ ਨੇ ਕਿ ਭਗਤੀ ਕਰ, ਪਰ ਸਤਿਗੁਰ ਦੇ ਦੁਆਰਾ ਕਰ, ਕਿਉਂਕਿ ਗੁਰੂ ਦੇ ਦੁਆਰਾ ਹੀ ਭਗਤੀ ਪ੍ਰਵਾਨ ਚੜ੍ਹਦੀ ਹੈ। ਐ ਇਨਸਾਨ, ਗੁਰੂ ਦੇ ਨਾਲ ਜਦੋਂ ਤੂੰ ਪਿਆਰ ਕਰੇਗਾ, ਗੁਰੂ ਦੀ ਸ਼ਰਨ ਦੇ ਵਿੱਚ ਜਦੋਂ ਤੂੰ ਆਵੇਂਗਾ, ਤਾਂ ਤੈਨੂੰ ਇਸ ਗੱਲ ਦਾ ਪਤਾ ਲੱਗੇਗਾ। ਨਹੀਂ ਤਾਂ ਤੂੰ ਇਸ ਗੱਲ ਦਾ ਭੇਦ, ਇਸ ਗੱਲ ਦੀ ਜਾਣਕਾਰੀ ਹਾਸਿਲ ਨਹੀਂ ਕਰ ਪਾਵੇਂਗਾ। ਕਿਉਂਕਿ ਕੋਈ ਵੀ ਐਸਾ ਸਕੂਲ, ਕਾਲਜ, ਮਦਰਸਾ, ਕੋਈ ਵੀ ਐਸੀ ਜਗ੍ਹਾ ਨਹੀਂ ਜਿੱਥੋਂ ਤੈਨੂੰ ਇਹ ਭੇਦ ਦਾ ਪਤਾ ਲੱਗ ਸਕੇ। ਇਹ ਭੇਦ ਤੈਨੂੰ ਗੁਰੂ ਕੋਲੋਂ ਹੀ ਮਿਲਣਾ ਹੈ। ਹੁਣ ਕਹਿੰਦੇ ਨੇ ਅਬ ਕੀ ਚੂਕ ਮਾਫ ਨਾ ਹੋਗੀ। ਫਰਮਾਉਂਦੇ ਨੇ ਕਿ ਜੇ ਹੁਣ ਭੁੱਲ ਗਿਆ, ਇਸ ਜਨਮ ਦੇ ਵਿੱਚ ਇਹ ਕੰਮ ਨੂੰ ਨਹੀਂ ਕੀਤਾ, ਫਿਰ ਤੇਰੀ ਇਹ ਗਲਤੀ ਮਾਫ ਨਹੀਂ ਹੋਣੀ। ਨੁਕਸਾਨ ਬਹੁਤ ਵੱਡਾ ਹੋ ਜਾਣਾ ਹੈ। ਕਿਉਂਕਿ 184 ਜੂਨ ਸੁਭਾਈ, ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੁੱਕੇ, ਸੋ ਆਏ ਜਾਏ ਦੁੱਖ ਪਾਏਂਦਾ। ਬੜਾ ਕਲੀਅਰ ਫੈਸਲਾ ਕਰ ਦਿੱਤਾ ਕਿ ਐ ਜੀਵ, ਅਗਰ ਹੁਣ ਤੂੰ ਇਸ ਅਖੀਰਲੇ ਡੰਡੇ ਤੋਂ ਸਲਿੱਪ ਕਰ ਗਿਆ, ਹੁਣ ਮਨੁੱਖਾ ਜਨਮ ਦਾ ਫਾਇਦਾ ਨਾ ਉਠਾਇਆ, ਫਿਰ ਉਸ 84 ਦੇ ਵਿੱਚ ਜਾ ਪਵੇਂਗਾ। ਇਸ ਲਈ ਕਬੀਰ ਸਾਹਿਬ ਨੇ ਕਿਹਾ ਹੈ ਕਿ ਮਾਨਸ ਜਨਮ ਦੁਰਲਭ ਹੈ, ਹੋਏ ਨਾ ਬਾਰੰਬਾਰ, ਜਿਉਂ ਬਨ ਫਲ ਪੱਕ ਭੋਏ ਗਿਰੇ, ਬੋੜ न ਲਾਗੇ ਡਾਲ। ਆਪ ਫਰਮਾਉਂਦੇ ਨੇ ਕਿ ਜਿਸ ਤਰ੍ਹਾਂ ਫਲ ਪੱਕ ਕੇ ਟਾਹਣੀ ਕੋ ਟੁੱਟ ਕੇ ਥੱਲੇ ਡਿੱਗ ਜਾਂਦਾ ਹੈ, ਦੁਬਾਰਾ ਟਾਹਣੀ ਦੇ ਨਾਲ ਨਹੀਂ ਲੱਗ ਸਕਦਾ, ਇਸੇ ਤਰ੍ਹਾਂ ਅਗਰ ਇਹ ਮਨੁੱਖਾ ਜਨਮ ਬੇਕਾਰ ਚਲਾ ਗਿਆ, ਤੂੰ ਇਸ ਤੋਂ ਫਾਇਦਾ ਨਹੀਂ ਉਠਾ ਸਕਿਆ, ਤੇ ਫਿਰ ਬਹੁਤ ਪਛਤਾਣਾ ਪਵੇਗਾ। ਫਿਰ ਕੀ ਕਰਨਾ ਚਾਹੀਦਾ ਹੈ? ਗੁਰਬਾਣੀ ਫਰਮਾਨ ਕਰਦੀ ਹੈ ਕਿ ਰਾਮ ਸਿਮਰ ਪਛਤਾਏਗਾ ਮਨ, ਪਾਪੀ ਜਿਹੜਾ ਲੋਭ ਕਰਤ ਹੈ, ਆਜ ਕੱਲ ਉੱਠ ਜਾਏਗਾ। ਐ ਇਨਸਾਨ, ਪਤਾ ਨਹੀਂ ਕਿਹੜੇ ਵੇਲੇ ਸਾਨੂੰ ਬੁਲਾਵਾ ਆ ਜਾਣਾ ਹੈ, ਕਿਹੜੇ ਵੇਲੇ ਇਸ ਦੁਨੀਆ ਤੋਂ ਜਾਣਾ ਪੈ ਜਾਣਾ ਹੈ। ਜਿਸ ਕੰਮ ਵਾਸਤੇ ਤੂੰ ਜੀਵ ਆਇਆ ਹੈ, ਉਹ ਕੰਮ ਕਰ ਲੈ। ਉਸ ਤੋਂ ਇਲਾਵਾ ਕੋਈ ਤਰੀਕਾ, ਕੋਈ ਵਕਤ, ਕੋਈ ਸਮਾਂ ਤੈਨੂੰ ਨਹੀਂ ਮਿਲਣਾ। ਹੁਣ ਵੱਤੇ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਕਿਸ ਤਰ੍ਹਾਂ ਅਸੀਂ 84 ਦੇ ਵਿੱਚ ਧੱਕੇ ਖਾਧੇ, 84 ਨੂੰ ਛੱਡੋ, ਕੀ ਅਸੀਂ ਮਨੁੱਖਾ ਜਨਮ ਦੇ ਵਿੱਚ ਆ ਕੇ ਸੁਖੀ ਹਾਂ? ਕੀ ਸਾਰੇ ਸੁੱਖ ਦੇ ਵਿੱਚ ਬੈਠੇ ਨੇ? ਨਾ, ਅਸੀਂ ਆਪਣੇ ਅੰਦਰ ਝਾਤੀ ਮਾਰ ਕੇ ਦੇਖ ਸਕਦੇ ਹਾਂ। ਅਸੀਂ ਦੇਖ ਸਕਦੇ ਹਾਂ ਕਿ ਸਾਡੇ ਚਾਰ ਚੁਫੇਰੇ ਕਿਸ ਤਰ੍ਹਾਂ ਦੁੱਖ, ਗੈਰਤ, ਬੇਈਮਾਨੀਆਂ, ਬਿਮਾਰੀਆਂ। ਇੱਥੇ ਜੀਵ ਸੁਖੀ ਨਹੀਂ। ਸੁੱਖ ਦੀ ਅਸਲੀ ਜਿਹੜੀ ਚੀਜ਼ ਹੈ, ਜਿਹੜਾ ਸੁੱਖ ਦਾ ਸੋਮਾ ਹੈ, ਉਹ ਤੈਨੂੰ ਜੀਵ ਪਤਾ ਨਹੀਂ ਲੱਗਦਾ। ਤੈਨੂੰ ਸੁੱਖ ਸਿਰਫ ਮਾਲਕ ਦੇ ਭਜਨ 'ਚ, ਉਹਦੀ ਬੰਦਗੀ ਦੇ ਵਿੱਚ ਮਿਲ ਸਕਦਾ ਹੈ। ਹੁਣ ਆਪ ਕਹਿੰਦੇ ਨੇ ਕਿ ਗਫਲਤ ਛੋੜ ਭੁਲਾਓ ਜਗ ਕੋ। ਸਾਨੂੰ ਇਹ ਜੀਵਾਂ ਨੂੰ ਕਿੰਨੀ ਔਖੀ ਗੱਲ ਲੱਗ ਰਹੀ ਹੈ ਕਿ ਕਹਿ ਰਹੇ ਹਨ ਕਿ ਭੁਲਾਓ ਜਗ ਕੋ। ਜਗ ਨੂੰ ਭੁਲਾ ਦਈਏ, ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਅਸੀਂ ਤਾਂ ਦਿਨ ਰਾਤ ਇਸ ਜਗ ਦੀ ਰਚਨਾ ਦੇ ਵਿੱਚ ਫਸੇ ਹੋਏ ਹਾਂ। ਹਰ ਵੇਲੇ ਰਚਨਾ ਦੇ ਇੱਥੇ ਮਗਰ ਮਗਰ ਘੁੰਮਦੇ ਰਹਿੰਦੇ ਹਾਂ। ਹਰ ਵੇਲੇ ਇਹਨੂੰ ਇਕੱਠੀ ਕਰਨ ਦੇ ਵਿੱਚ ਲੱਗੇ ਰਹਿੰਦੇ ਹਾਂ। ਫਿਰ ਜਦੋਂ ਹਿਸਾਬ
ਦੇਣਾ ਪੈਂਦਾ ਹੈ, ਫਿਰ ਸਾਨੂੰ ਮੁਸ਼ਕਿਲ ਹੋ ਜਾਂਦੀ ਹੈ। ਸਾਡੇ ਕੋਲੋਂ ਤਾਂ ਹਿਸਾਬ ਦਿੱਤਾ ਹੀ ਨਹੀਂ ਜਾਣਾ। ਕੀ ਹਿਸਾਬ ਸਾਨੂੰ ਦੇਣਾ ਪਵੇਗਾ? ਅਸੀਂ ਸੋਚ ਲੈਂਦੇ ਹਾਂ ਕਿ ਸ਼ਾਇਦ ਹਿਸਾਬ ਦਾ ਸਿਸਟਮ ਹੁਣ ਸ਼ਾਇਦ ਚੇਂਜ ਹੋ ਗਿਆ ਹੋਵੇ। ਫਰੀਦ ਸਾਹਿਬ ਕਹਿੰਦੇ ਨੇ ਕਿ ਚਾਰ ਗਵਾਇਆ ਹੰਡ ਕੇ, ਚਾਰ ਗਵਾਇਆ ਸਮ, ਲੇਖਾ ਰੱਬ ਮੰਗੇਸੀਆ, ਤੂੰ ਆਇਓ ਕਿਹੜੇ ਕੰਮ। ਲੇਖਾ ਤਾਂ ਦੇਣਾ ਹੀ ਪੈਣਾ ਹੈ, ਅਤੇ ਜਿਹੜੇ ਅਸੀਂ ਮੈਂ ਮੇਰੀ ਦੇ ਚੱਕਰਾਂ ਦੇ ਵਿੱਚ ਫਸੇ ਬੈਠੇ ਹੋਏ ਹਾਂ, ਇਹਨਾਂ ਨੇ ਨਾਲ ਨਹੀਂ ਜਾਣਾ, ਇਹਨਾਂ ਨੇ ਸਾਡਾ ਸਾਥ ਨਹੀਂ ਨਿਭਾਉਣਾ। ਦੁਨੀਆ ਕੀ ਵਡਿਆਈਆਂ ਕਵਨੇ ਆਏ ਕਾਮ। ਦੁਨੀਆ ਦਾ ਤਾਂ ਕੰਮ ਆ ਹੁਣ ਬੱਲੇ ਬੱਲੇ ਕਰ ਦਿੱਤੀ, ਫੇਰ ਗੋਲੀਆਂ ਮਾਰ ਦਿੱਤੀਆਂ, ਹੁਣ ਗਲੇ ਦੇ ਵਿੱਚ ਹਾਰ ਪਾ ਦਿੱਤੇ, ਬਾਅਦ ਦੇ ਵਿੱਚੋਂ ਜੁੱਤੀਆਂ ਮਾਰ ਦਿੱਤੀਆਂ। ਆਪਾਂ ਰੋਜ਼ ਹੀ ਦੇਖ ਰਹੇ ਹਾਂ ਕਿ ਰੋਜ਼ ਇੱਥੇ ਕੀ ਕੀ ਤਮਾਸ਼ੇ ਹੋ ਰਹੇ ਹਨ। ਦੁਨੀਆ ਪਹਿਲਾਂ ਤਾਰੀਫਾਂ ਕਰਦੀ ਹੈ, ਫਿਰ ਉਹੀ ਦੁਨੀਆ ਨਿੰਦਿਆ ਕਰਨ ਦੇ ਵਿੱਚ ਲੱਗ ਜਾਂਦੀ ਹੈ। ਇਸ ਲਈ ਇਸ ਦੁਨੀਆ ਨੂੰ ਅੱਜ ਤੱਕ ਨਾ ਕੋਈ ਖੁਸ਼ ਕਰ ਸਕਿਆ ਹੈ, ਨਾ ਕੋਈ ਖੁਸ਼ ਕਰ ਸਕਦਾ ਹੈ। ਇਸੇ ਵਾਸਤੇ ਸਵਾਮੀ ਜੀ ਕਹਿੰਦੇ ਨੇ, ਭੁਲਾਓ ਇਸ ਜੱਗ ਨੂੰ, ਕਿ ਇਹ ਇਨਸਾਨ ਇਸ ਦੁਨੀਆ ਦੇ ਵਿੱਚ ਫਸ ਨਾ, ਇਸ ਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰ, ਆਪਣੇ ਆਪ ਨੂੰ ਕੱਢ। ਕਬੀਰ ਸਾਹਿਬ ਨੇ ਵੀ ਕਿਹਾ ਹੈ ਕਿ ਦੀਨ ਗਵਾਇਓ ਦੁਨੀ ਸਿਓ, ਦੁਨੀ ਨਾ ਚੱਲੀ ਨਾਲ। ਕਿ ਇਸ ਦੁਨੀਆ ਦੇ ਮਗਰ ਲੱਗ ਕੇ ਅਸੀਂ ਕਿੰਨੇ ਅੱਛੇ, ਕਿੰਨੇ ਕੀਮਤੀ ਅਸੂਲਾਂ ਨੂੰ ਕੁਰਬਾਨ ਕਰ ਦਿੱਤਾ, ਅਤੇ ਅਸੀਂ ਇਸ ਜ਼ਿੰਦਗੀ ਨੂੰ ਬਰਬਾਦ ਕਰ ਦਿੱਤਾ। ਐ ਜੀਵ, ਤੂੰ ਉਸ ਮਾਲਕ ਦੀ ਸ਼ਰਨ ਦੇ ਵਿੱਚ ਨਹੀਂ ਆਇਆ, ਦੁਨੀਆ ਦੇ ਚੱਕਰਾਂ ਦੇ ਵਿੱਚ ਹੀ ਤੂੰ ਜੀਵਨ ਬਰਬਾਦ ਕਰ ਦਿੱਤਾ। ਦੀਨ ਗਵਾਇਓ ਦੁਨੀ ਸਿਓ, ਦੁਨੀ ਨਾ ਚੱਲੀ ਸਾਥ, ਪੈਰ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਕਿ ਇਹ ਇਨਸਾਨ ਆਪਣੇ ਹੱਥ ਦੇ ਨਾਲ ਹੀ ਤੂੰ ਆਪਣੇ ਪੈਰਾਂ ਦੇ ਉੱਤੇ ਕੁਹਾੜਾ ਮਾਰ ਲਿਆ। ਕਿਉਂ ਕਹਿ ਰਹੇ ਨੇ ਸਵਾਮੀ ਜੀ ਕਿ ਭੁਲਾਓ ਇਸ ਜੱਗ ਕੋ? ਕਿਉਂਕਿ ਇਹ ਝੂਠੀ ਹੈ, ਇਹ ਦੁਨੀਆ ਸਾਰੀ ਨਾਸ਼ਵਾਨ ਹੈ। ਸਾਨੂੰ ਇਹ ਯਕੀਨ ਕਿਉਂ ਨਹੀਂ ਆਉਂਦਾ? ਕਿਉਂਕਿ ਸਾਨੂੰ ਕੋਈ ਵੀ ਜਿਹੜੀ ਸੱਚੀ ਚੀਜ਼ ਹੁੰਦੀ ਹੈ ਉਹਦੇ ਉੱਤੇ ਯਕੀਨ ਘੱਟ ਆਉਂਦਾ ਹੈ। ਸਾਨੂੰ ਸੱਚੀ ਚੀਜ਼ ਝੂਠੀ ਲੱਗਦੀ ਹੈ, ਅਤੇ ਝੂਠੀ ਚੀਜ਼ ਸਾਨੂੰ ਸੱਚੀ ਲੱਗਦੀ ਹੈ। ਸਾਨੂੰ ਸਾਰਾ ਸਿਸਟਮ ਉਲਟ ਸਮਝ ਆਉਂਦਾ ਹੈ। ਬਲਕਿ ਸੱਚ ਕੀ ਹੈ? ਕੂੜ ਰਾਜਾ ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮਾੜੀ ਕੂੜ ਮੰਡਪ, ਕੂੜ ਬੈਂਸਣਹਾਰ। ਕਿ ਇਹ ਘਰ ਮਕਾਨ ਜ਼ਮੀਨ ਜਾਇਦਾਦ ਸਭ ਬੇਕਾਰ ਹੈ। ਕੂੜ ਸੋਨਾ ਕੂੜ ਰੂਪਾ, ਕੂੜ ਪਹਿਨਣਹਾਰ। ਕਿ ਸੋਨਾ ਰੂਪਾ ਵੀ ਇਹ ਸਭ ਬੇਕਾਰ ਹੈ। ਕੂੜ ਸੋਨਾ ਕੂੜ ਰੂਪਾ, ਕੂੜ ਪਹਿਨਣਹਾਰ, ਕੂੜ ਕਾਇਆ ਕੂੜ ਕੱਪੜ, ਕੂੜ ਰੂਪ ਅਪਾਰ, ਕੂੜ ਮੀਆਂ ਕੂੜ ਬੀਬੀ, ਖੱਪ ਹੋਏ ਖਾਰ, ਕੂੜ ਕੂੜੇ ਨਿਉ ਲੱਗਾ ਵਿਸਰਿਆ ਕਰਤਾਰ, ਕਿਸ ਨਾਲ ਕੀਜੇ ਦੋਸਤੀ ਸਭ ਜਗ ਚੱਲਣਹਾਰ। ਭਰਾਵਾ, ਤੂੰ ਕਿਸ ਮਗਰ ਲੱਗਾ ਹੋਇਆ ਹੈ? ਸਭ ਕੁਝ ਝੂਠ ਹੈ, ਝੂਠ ਦਾ ਹੀ ਪਸਾਰਾ ਹੈ। ਇਸ ਵਾਸਤੇ ਸਵਾਮੀ ਜੀ ਕਹਿੰਦੇ ਨੇ, ਭੁਲਾਓ ਜਗ ਕੋ, ਤੇ ਕੀ ਕਰੋ? ਨਾਮ ਅਮਲ ਅਬ ਕੂਟ ਪੀਆ, ਨਾਮ ਦਾ ਅਮਲੀ ਬਣ ਜਾ। ਹਰ ਰਸ ਪੀਵਤ ਸਦ ਹੀ ਰਾਤਾ, ਆਨ ਰਸਾ ਖਿੰਨ ਮੇਂ ਲੈ ਜਾਤਾ। ਕਿ ਐ ਇਨਸਾਨ, ਤੂੰ ਉਸ ਮਾਲਕ ਦੇ ਨਾਮ ਦਾ ਰਸ ਪੀਣਾ ਸ਼ੁਰੂ ਕਰ ਦੇ। ਇਹਦਾ ਸਵਾਦ, ਇਹਦਾ ਨਸ਼ਾ ਕਦੇ ਨਹੀਂ ਉਤਰਦਾ। ਮदिरा ਭੰਗ ਅਫੀਮ ਉਤਰ ਜਾਏ ਪ੍ਰਭਾਤ, ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਇਸ ਰਸ ਨੂੰ ਪੀਣ ਦੀ ਕੋਸ਼ਿਸ਼ ਕਰ, ਕਿਉਂਕਿ ਦੁਨੀਆ ਦੇ ਰਸ ਪੀਣ ਦੇ ਨਾਲ ਤੈਨੂੰ ਸ਼ਾਂਤੀ ਨਹੀਂ ਮਿਲ ਸਕਦੀ, ਇਹਨਾਂ ਵਿੱਚੋਂ ਸੁੱਖ ਨਹੀਂ ਮਿਲ ਸਕਦਾ। ਆਨ ਰਸਾ ਜੇਤੇ ਤੈ ਚਾਖੇ, ਨਿਮਖ ਨ ਤ੍ਰਸਨਾ ਤੇਰੀ ਲਾਥੇ। ਹਰ ਰਸ ਕਾ ਤੂੰ ਚਾਖੇ ਸਵਾਦ, ਚਾਖਤ ਹੋਏ ਰਹੇ ਵਿਸਾਤ। ਤੈਨੂੰ ਤਾਂ ਹੀ ਸ਼ਾਂਤੀ ਮਿਲ ਸਕਦੀ ਆ ਜੇ ਤੂੰ ਮਾਲਕ ਦੇ ਨਾਮ ਦਾ ਰਸ ਪੀਏਂਗਾ, ਨਹੀਂ ਤਾਂ ਇਸ ਨੂੰ ਸ਼ਾਂਤੀ ਨਹੀਂ ਮਿਲ ਸਕਦੀ। ਫਿਰ ਅੱਗੇ ਕਹਿੰਦੇ ਨੇ ਕਿ ਮਨ ਸੇ ਡਰੋ ਕਰੋ ਗੁਰ ਸੇਵਾ। ਇੱਕ ਹੋਰ ਚੇਤਾਵਨੀ ਦੇ ਰਹੇ ਹਨ ਕਿ ਮਨ ਸੇ ਡਰੋ। ਕਿਉਂ ਡਰਨਾ ਹੈ? ਕਿਉਂਕਿ ਇਹ ਮਨ ਬੜਾ ਜ਼ਬਰਦਸਤ ਹੈ। ਇਹ ਸਾਡੇ ਗਲ ਪਿਆ ਹੋਇਆ ਹੈ। ਇਹ ਜਿੰਨਾ ਵੀ ਅਸੀਂ ਦੇਖ ਰਹੇ ਹਾਂ, ਇਹ ਸਾਰਾ ਮਨ ਦਾ ਕਲੇਸ਼ ਪਾਇਆ ਹੋਇਆ ਹੈ। ਇਸ ਮਨ ਕਰਕੇ ਹੀ ਅਸੀਂ ਇਸ ਦੁਨੀਆ ਦੇ ਵਿੱਚ ਫਸੇ ਹੋਏ ਹਾਂ।
ਕਿਉਂਕਿ ਮਨ ਸਾਡਾ ਇੰਦਰੀਆਂ ਦੇ ਵੱਸ ਹੈ ਤੇ ਇੰਦਰੀਆਂ ਵੀ ਇਸ ਦੇ ਵਿੱਚ ਗਲਤਾਨ ਹੋਈਆਂ ਨੇ। ਇਸ ਲਈ ਇਹ ਪਰਮਾਤਮਾ ਨੂੰ ਭੁੱਲਿਆ ਬੈਠਾ ਹੈ। स्वामी जी फरमाते ने, इंद्रियां के बस मन रहे, मन के बस रहे बुद्ध, कहो ध्यान कैसे लगे ऐसा यहाँ विरुद्ध। जिथे इनू इहो जिहा काम हो रहे होण उत्थे मालक दा नाम किवें लिता जावे। फिर स्वामी जी नाल ही कहंदे ने कि जिन्होंने मार मन को डाला उन्हीं को सूरमा कहना। मन नू मारना सूरमियां दा काम है, कमज़ोरां दा काम नहीं। ਇਹ ਮਾਲਕ ਦੀ ਕਿਰਪਾ ਹੋਵੇ ਤਾਂ ਹੀ ਮਨ ਇਹ ਵਸ ਦੇ ਵਿੱਚ ਆਉਂਦਾ ਹੈ। ਫਿਰ स्वामी जी महाराज जी ਕਹਿੰਦੇ ਨੇ ਕਿ ਜਿਨ੍होंने ਮਾਰ ਮਨ ਡਾਲਾ ਉਨੀ ਕੋ ਸੂਰਮਾ ਕਹਿਣਾ। ਮਨ ਨੂੰ ਮਾਰਨਾ ਸੂਰਮਿਆਂ ਦਾ ਕੰਮ ਹੈ, ਕਮਜ਼ੋਰਾਂ ਦਾ ਕੰਮ ਨਹੀਂ। ਇਹ ਮਾਲਕ ਦੀ ਕਿਰਪਾ ਹੋਵੇ, ਉਹਦੀ ਬਖਸ਼ਿਸ਼ ਹੋਵੇ ਤਾਂ ਹੀ ਇਹ ਮਨ ਸਾਡਾ ਵਸ ਦੇ ਵਿੱਚ ਆਉਂਦਾ ਹੈ। ਇਸੇ ਲਈ ਕਿਹਾ ਜਾਂਦਾ ਹੈ ਕਿ ਮਨ ਜੀਤੇ ਜਗ ਜੀਤ, कि जिन्हों ने मन नूं जित लिया उन्होंने सब कुछ जित लिया। कह रहे हैं कि मन से डरो करो गुर सेवा। मन तो डरन का की भाव है, ये नहीं कि हाय हाय करन लग जाइए। खबरदार रहना है, चौकन्ने रहना है, क्योंकि ਇਹਦਾ पता नहीं लगता कि तेनों किस वेले धोखा दे देवे। ये शैतान है, ये हमेशा जीव नूं धोखा दिंदा आया है। मनमुख मन अजित है, दूजे लगे जाए, तिसनू सुख सुपने नहीं, दुखे दुख विहाए। उन्होंने सुख नहीं मिल सकता ਜਿਹੜੇ मन ਦੇ आखे लगते ने, मन ਦੇ कहे चलते ने। इस करके स्वामी जी कहते ने कि तू मन तो खबरदार हो जा। आप कहते ने करो गुर सेवा। किस तरह करनी है? दासां दे भी दास हो जाना है। भाव इन्नी निमरता होनी चाहिए है। ਭਰਾਵਾ ਗੁਰੂ ਦੀ ਸੇਵਾ, ਗੁਰੂ ਦੀ ਭਗਤੀ ਹੈ, ਇਹ ਹਰ ਕਿਸੇ ਦੇ ਹਿੱਸੇ ਨਹੀਂ ਆਂਦੀ। ਜਿਹੜੇ ਆਪਣੇ ਆਪ ਨੂੰ ਉਸ ਮਾਲਕ ਦੇ ਅੱਗੇ ਸਪੁਰਦ ਕਰ ਦਿੰਦੇ ਹਨ, ਅਨਕੰਡੀਸ਼ਨਲੀ ਸਰੈਂਡਰ ਕਰ ਦਿੰਦੇ ਹਨ, ਉਸ ਨੂੰ ਇਹ ਸੁਭਾਗ ਪ੍ਰਾਪਤ ਹੁੰਦਾ ਹੈ। ਜੇ ਅਸੀਂ ਵੀ ਆਪਣੇ ਜੀਵਨ ਨੂੰ ਇਸ ਤਰ੍ਹਾਂ ਢਾਲਾਂਗੇ ਤੇ ਮਾਲਕ ਦੀ ਦਰਗਾਹ ਦੇ ਵਿੱਚ, ਉਸ ਮਾਲਕ ਦੇ ਘਰ ਦੇ ਵਿੱਚ ਸਾਨੂੰ ਟਿਕਾਣਾ ਮਿਲ ਜਾਵੇਗਾ। ਸਾਧ ਸੰਗਤ ਜੀ, स्वामी जी ने सानू किन्ने प्यार दे नाल समझाया है। साडा भी फर्ज बनता है कि असी भी स्वामी जी के कहे अनुसार अपने जीवन नू ढालीए ते वध तो वध समा भजन सिमरन नू दईए ते उस मालक दे भाणे दे विच रहीए।